at all, my name is Amandeep Kaur and today in this video I am gonna tell you the difference between should and should be, and in this video I am also gonna change my language, that will be Punjabi। तो सब तो पहला है एक्टिव द रूल। एक्टिव द रूल ਦੇ ਵਿੱਚ ਕੀ ਹੁੰਦਾ, देखो एक अपने ਕੋਲ हमेशा ਜਦੋਂ ਵੀ ਆਪਾਂ शुड यूज़ ਕਰਦੇ ਹਾਂ, शुड ਦਾ मतलब ਕੀ ਹੈ, ਆਪਾਂ ਜਦੋਂ ਵੀ ਕਿਸੇ ਨੂੰ ਸੁਜੈਸ਼ਨ ਦੇਣੀ ਹੁੰਦੀ ਆ ਉਦੋਂ ਆਪਾਂ शुड यूज़ ਕਰਦੇ ਹਾਂ। ਤਾਂ ਇਹਦਾ ਜੋ ਰੂਲ ਹੁੰਦਾ शुड ਦਾ, ਪਹਿਲਾਂ ਸਬਜੈਕਟ ਆਉਂਦਾ, ਫਿਰ शुड ਆਉਂਦਾ, ਫਿਰ ਫਸਟ ਫਾਰਮ ਆਉਂਦਾ, ਫਿਰ ਆਬਜੈਕਟ ਆਉਂਦਾ। ਤਾਂ ਇਹਦਾ ਸਿੰਪਲ ਜੋ ਮੀਨਿੰਗ ਹੁੰਦਾ ਉਹਦਾ ਮਤਲਬ ਹੁੰਦਾ ਕਿ ਚਾਹੀਦਾ ਹੈ ਨਾ, ਕਿ ਜਦੋਂ ਵੀ ਆਪਾਂ ਕਹਿੰਦੇ ਕਿ ਤੁਹਾਨੂੰ ਕੋਈ ਕੰਮ ਕਰਨਾ ਚਾਹੀਦਾ, ਆਪਾਂ ਕਿਸੇ ਨੂੰ ਸੁਜੈਸ਼ਨ ਦੇ ਰਹੇ ਹਾਂ ਕਿ ਤੁਹਾਨੂੰ ਇੱਕ ਚੀਜ਼ ਕਰਨੀ ਚਾਹੀਦੀ ਹੈ, ਤਾਂ ਆਪਾਂ ਹਮੇਸ਼ਾ ਉਦੋਂ ਕੀ ਲਾਉਂਦੇ ਹੁੰਦੇ, शुड ਹੀ ਲਾਉਂਦੇ। शुड ਦੇ ਨਾਲ ਹਮੇਸ਼ਾ ਫਸਟ ਫਾਰਮ ਦਾ ਯੂਜ਼ ਹੁੰਦਾ। ਬਟ ਇਹਦੇ ਵਿੱਚ ਇੱਕ ਡਿਫਰੈਂਸ ਹੁੰਦਾ ਕਿ ਮੰਨ ਲਓ ਕਿ ਆਪਾਂ ਕਹਿੰਦੇ ਹਾਂ ਕਿ ਮੰਨ ਲਓ ਮੈਂ ਨੀਚੇ ਦੇ ਵਿੱਚ ਥੋੜ੍ਹੇ ਜਿਹੇ ਤੁਹਾਨੂੰ ਐਗਜ਼ਾਮਪਲਸ ਵੀ ਦਿੱਤੀਆਂ ਹੋਈਆਂ ਨੇ ਕਲੈਰਿਟੀ ਲਈ, ਬਟ ਇੱਕ ਵਾਰ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਇਹ ਚੀਜ਼ ਕਰਵਾ ਰਹੀ ਹਾਂ ਕਿ ਮੰਨ ਲਓ ਆਪਾਂ ਐਕਟਿਵ ਦਾ ਰੂਲ ਯੂਜ਼ ਕਰਦੇ ਹਾਂ। ਐਕਟਿਵ ਦਾ ਮਤਲਬ ਕੀ ਹੁੰਦਾ ਅਤੇ ਪੈਸਿਵ ਦਾ ਮਤਲਬ ਕੀ ਹੁੰਦਾ। ਐਕਟਿਵ ਦਾ ਮਤਲਬ ਕਿ ਕਿਸੇ ਨੂੰ ਕੋਈ ਕੰਮ ਕਰਨਾ ਚਾਹੀਦਾ ਹੈ ਨਾ, ਆਪਾਂ ਕਹਿੰਦੇ ਹਾਂ ਕਿ ਸਬਜੈਕਟ ਪਲੱਸ शुड ਪਲੱਸ ਵਰਬ ਦੀ ਫਸਟ ਫਾਰਮ ਪਲੱਸ ਆਬਜੈਕਟ। ਮੰਨ ਲਓ ਮੈਂ ਕਹਾਂ ਕਿ ਸਰਕਾਰ ਨੂੰ ਬਿਲਡਿੰਗਸ ਬਣਾਉਣੀਆਂ ਚਾਹੀਦੀਆਂ ਨੇ, ਤਾਂ ਮੈਂ ਕੀ ਕਹੂੰਗੀ, ਗਵਰਨਮੈਂਟ शुड ਮੇਕ ਬਿਲਡਿੰਗਸ, ਕਿਉਂਕਿ ਇਹਦੇ ਵਿੱਚ ਮੇਕ ਵਰਬ ਆ ਗਈ। ਬਿਲਡਿੰਗਸ ਨੂੰ ਬਣਾਉਣ ਵਾਲਾ ਕੌਣ ਹੈ, ਸਬਜੈਕਟ ਗਵਰਨਮੈਂਟ ਹੈ, ਤਾਂ ਉਹ ਗਵਰਨਮੈਂਟ ਆਪਾਂ ਅੱਗੇ ਲਾ ਦਾਂਗੇ, ਫਿਰ शुड, ਫਿਰ ਵਰਬ ਦੀ ਫਸਟ ਫਾਰਮ, ਮੇਕ ਲੱਗ ਜੂਗਾ, ਫਿਰ ਆਬਜੈਕਟ ਲੱਗ ਜੂਗਾ, ਤਾਂ ਉਹਦਾ ਮਤਲਬ ਹੁੰਦਾ ਚਾਹੀਦਾ ਹੈ। ਬਟ ਇਹਦਾ ਇੱਕ ਪੈਸਿਵ ਰੂਲ ਹੁੰਦਾ, ਉਹ ਪੈਸਿਵ ਦੇ ਵਿੱਚ ਕੀ ਆਉਂਦਾ ਹੁੰਦਾ, ਪਹਿਲਾਂ ਆਪਾਂ ਇਹਦੇ ਵਿੱਚ ਆਬਜੈਕਟ ਯੂਜ਼ ਕਰਦੇ ਹਾਂ, ਫਿਰ ਆਪਾਂ शुड ਦੇ ਨਾਲ ਬੀ ਯੂਜ਼ ਕਰਦੇ ਹਾਂ, ਪਲੱਸ ਫਿਰ ਵਰਬ ਦੀ ਥਰਡ ਫਾਰਮ ਯੂਜ਼ ਕਰਦੇ ਹਾਂ, ਫਿਰ ਬਾਏ ਦੈਨ ਸਬਜੈਕਟ। ਦੇਖੋ ਅਗਰ ਆਪਾਂ ਸਿੰਪਲ शुड ਵਰਬ ਯੂਜ਼ ਕਰਦੇ, शुड ਵਰਡ ਯੂਜ਼ ਕਰ ਰਹੇ ਹਾਂ, ਤਾਂ ਉਹਦੇ ਨਾਲ ਸਿੰਪਲ ਆਪਾਂ ਫਸਟ ਫਾਰਮ ਹੀ ਯੂਜ਼ ਕਰਾਂਗੇ। ਬਟ ਅਗਰ ਆਪਾਂ शुड ਵੀ ਯੂਜ਼ ਕਰ ਰਹੇ ਹਾਂ ਤਾਂ शुड ਵੀ ਦੇ ਨਾਲ ਆਪਣੀ ਥਰਡ ਫਾਰਮ ਆਉਣੀ ਜ਼ਰੂਰੀ ਹੈ, ਕਿਉਂਕਿ ਬੀ ਦੇ ਨਾਲ ਹਮੇਸ਼ਾ ਥਰਡ ਫਾਰਮ ਹੀ ਆਉਂਦੀ ਹੁੰਦੀ ਹੈ। ਅਤੇ ਹੁਣ ਇਹ ਪੈਸਿਵ ਹੈ, ਅਤੇ ਪੈਸਿਵ ਆਪਣਾ ਦੋ ਕੇਸਿਸ 'ਚ ਬਣੂਗਾ। ਦੇਰ ਆਰ 2 cases ਫॉर ਮੇਕਿੰਗ ਪੈਸਿਵ। ਸਭ ਤੋਂ ਪਹਿਲਾ ਕੇਸ ਇਹ ਹੁੰਦਾ ਕਿ ਮੰਨ ਲਓ ਆਪਣਾ ਸਬਜੈਕਟ ਕੀ ਹੈ, ਮਿਸਿੰਗ ਹੈ। ਆਪਣਾ ਸੈਂਟੈਂਸ ਹੈ, ਕੋਈ ਵੀ ਸੈਂਟੈਂਸ ਦੇ ਵਿੱਚ ਮੰਨ ਲਓ ਆਪਣਾ ਸਬਜੈਕਟ ਮਿਸਿੰਗ ਹੈ, ਕਿ ਉਹਦੇ ਵਿੱਚ ਆਪਾਂ ਨੂੰ ਕੋਈ ਸਬਜੈਕਟ ਨਹੀਂ ਮਿਲ ਰਿਹਾ, ਤਾਂ ਉਦੋਂ ਆਪਾਂ ਹਮੇਸ਼ਾ ਉਹਦਾ ਪੈਸਿਵ ਬਣਾਵਾਂਗੇ। ਸੈਕਿੰਡ ਕੇਸ ਕੀ ਹੁੰਦਾ ਕਿ ਜਦੋਂ ਦੁਬਾਰਾ ਵਰਡ ਯੂਜ਼ ਕੀਤਾ ਹੁੰਦਾ ਕਿਸੇ ਵੀ ਸਬਜੈਕਟ ਨਾਲ, ਮੰਨ ਲਓ ਸਰਕਾਰ ਹੈ, ਸਰਕਾਰ ਦੇ ਨਾਲ ਦੁਬਾਰਾ ਵਰਡ ਯੂਜ਼ ਕੀਤਾ ਹੋਇਆ, ਤਾਂ ਉਸ ਟਾਈਮ ਵੀ ਉਹਦਾ ਪੈਸਿਵ ਹੀ ਬਣੂਗਾ। ਟੈਨਸ਼ਨ ਨਾ ਲਓ, ਮੈਂ ਇਹ ਚੀਜ਼ ਨੂੰ ਦੁਬਾਰਾ ਸਮਝਾਉਂਗੀ ਉਹਦੇ ਨਾਲ ਐਗਜ਼ਾਮਪਲਸ ਨਾਲ, ਫਿਰ ਤੁਹਾਨੂੰ ਥੋੜ੍ਹੀ ਜ਼ਿਆਦਾ ਕਲੈਰਿਟੀ ਹੋ ਜੂਗੀ। ਦੇਖੋ ਹੁਣ ਮੰਨ ਲਓ ਮੈਂ 2 ਐਗਜ਼ਾਮਪਲਸ ਦਿੱਤੀਆਂ ਨੇ। ਫਸਟ ਕੀ ਹੈ ਕਿ ਸਰਕਾਰ ਨੂੰ ਰੋਡਸ ਨੂੰ ਇੰਪਰੂਵ ਕਰਨਾ ਚਾਹੀਦਾ ਹੈ। ਹੁਣ ਇਹ ਕੰਮ ਕਰਨ ਵਾਲਾ ਕੌਣ ਹੈ, ਰੋਡਸ ਨੂੰ ਇੰਪਰੂਵ ਕੌਣ ਕਰ ਰਿਹਾ, ਸਰਕਾਰ ਕਰ ਰਹੀ ਹੈ, ਤਾਂ ਸਰਕਾਰ ਕੀ ਹੋ ਗਈ ਇਹਦੇ ਵਿੱਚ, ਸਬਜੈਕਟ ਹੋ ਗਈ ਹੈ ਨਾ। ਤਾਂ ਜਿਹੜਾ ਸਬਜੈਕਟ ਹੈ ਉਹ ਆਪਾਂ ਅੱਗੇ ਲਗਾ ਦਾਂਗੇ, ਚਾਹੀਦਾ ਕਰਕੇ ਆਪਾਂ शुड ਪਲੱਸ ਫਸਟ ਫਾਰਮ, ਕਿਉਂਕਿ ਇਹਦੇ ਵਿੱਚ ਸਬਜੈਕਟ ਹੈਗਾ ਸੀਗਾ। ਦੇਖੋ ਸਬਜੈਕਟ ਹੈਗਾ, ਸਬਜੈਕਟ ਮਿਸਿੰਗ ਵੀ ਨਹੀਂ ਹੈਗਾ, ਨਾ ਹੀ ਸਬਜੈਕਟ ਦੇ ਨਾਲ ਦੁਬਾਰਾ ਵਰਡ ਯੂਜ਼ ਕੀਤਾ ਹੋਇਆ, ਤਾਂ ਓਬਵੀਅਸਲੀ ਆਪਾਂ ਨੂੰ ਪਤਾ ਲੱਗ ਗਿਆ ਕਿ ਇਹ ਸਿੰਪਲ ਐਕਟਿਵ ਹੀ ਬਣੂਗਾ, ਕਿਉਂਕਿ ਕਿਸੇ ਨੂੰ ਕੰਮ ਕਰਨਾ ਚਾਹੀਦਾ, ਉਹਦੇ ਦੁਬਾਰਾ ਨਹੀਂ ਕੀਤਾ ਜਾਣਾ ਚਾਹੀਦਾ। ਜਿਹੜਾ ਪੈਸਿਵ ਹੁੰਦਾ ਉਹਦਾ ਮਤਲਬ ਕੀਤਾ ਜਾਣਾ ਚਾਹੀਦਾ ਹੁੰਦਾ, ਐਂਡ ਐਕਟਿਵ ਦਾ ਮਤਲਬ ਸਿੰਪਲ ਕਿਸੇ ਨੂੰ ਕਰਨਾ ਚਾਹੀਦਾ। ਅਤੇ ਜਿਹੜਾ ਆਪਣਾ ਇਹ ਸੀਗਾ ਸਰਕਾਰ ਨੂੰ ਰੋਡਸ ਨੂੰ ਇੰਪਰੂਵ ਕਰਨਾ ਚਾਹੀਦਾ, ਤਾਂ ਆਪਾਂ ਸਿੰਪਲੀ ਲਿਖ ਸਕਦੇ ਹਾਂ ਨਾ, ਇਹ ਚੀਜ਼ ਐਕਟਿਵ ਬਣੂਗੀ। ਕਿਉਂ ਬਣੂਗੀ, ਕਿਉਂਕਿ ਇਹਦੇ ਵਿੱਚ ਸਬਜੈਕਟ ਵੀ ਹੈਗਾ। ਤਾਂ ਆਪਣਾ ਰੂਲ ਕੀ ਹੋਊਗਾ, ਸਿੰਪਲ ਸਬਜੈਕਟ शुड ਵਰਬ ਦੀ ਫਸਟ ਫਾਰਮ ਪਲੱਸ ਆਬਜੈਕਟ। ਤਾਂ ਆਪਾਂ ਕੀ ਕਵਾਂਗੇ, ਗਵਰਨਮੈਂਟ शुड ਇੰਪਰੂਵ ਦਾ ਰੋਡਸ, ਕਿਉਂਕਿ ਸਬਜੈਕਟ ਅੱਗੇ ਆ ਗਿਆ ਆਪਣਾ ਹੈ ਨਾ, ਕਿਉਂਕਿ ਸਬਜੈਕਟ ਕੋਈ ਕੰਮ ਕਰ ਰਿਹਾ ਜਾਂ ਸਬਜੈਕਟ ਨੂੰ ਕੋਈ ਕੰਮ ਕਰਨਾ ਚਾਹੀਦਾ, ਤਾਂ ਸਿੰਪਲ ਆਪਾਂ ਨੂੰ ਅੱਗੇ ਲਿਆਂਦਾ ਕਿ ਗਵਰਨਮੈਂਟ शुड ਇੰਪਰੂਵ ਦਾ ਰੋਡਸ। ਬਟ ਨੈਕਸਟ ਕੀ ਹੈ ਹੁਣ ਆਪਣੇ ਕੋਲ, ਨੈਕਸਟ ਮੈਂ ਤੁਹਾਨੂੰ 2 ਸੈਂਟੈਂਸ ਯੂਜ਼ ਕਰਵਾਉਂਗੀ। ਫਸਟ ਟੈਂਸ ਹੈਗਾ ਕਿ ਸਰਕਾਰ ਦੁਆਰਾ ਰੋਡਸ ਨੂੰ ਇੰਪਰੂਵ ਕੀਤਾ ਜਾਣਾ ਚਾਹੀਦਾ ਹੈ। ਆਪਾਂ ਨੂੰ ਟੈਂਸ ਨੂੰ ਪੜ੍ਹ ਕੇ ਹੀ ਪਤਾ ਲੱਗ ਰਿਹਾ ਕਿ ਜਿਹੜਾ ਸਬਜੈਕਟ ਹੈ ਉਹਦੇ ਨਾਲ ਦੁਬਾਰਾ ਵਰਡ ਯੂਜ਼ ਹੋ ਗਿਆ, ਕਿ ਕਿਸੇ ਦੁਆਰਾ ਕੋਈ ਕੰਮ ਕੀਤਾ ਜਾਣਾ ਚਾਹੀਦਾ ਹੈ ਨਾ। ਜੇ ਕੋਈ ਕੰਮ ਕਿਸੇ ਦੁਆਰਾ ਕੀਤਾ ਜਾਣਾ ਚਾਹੀਦਾ ਤਾਂ ਓਬਵੀਅਸਲੀ ਆਪਾਂ ਉਹਦੇ ਵਿੱਚ ਪੈਸਿਵ ਹੀ ਬਣਾਵਾਂਗੇ, ਕਿਉਂਕਿ 2 ਕੇਸਿਸ 'ਚ ਪੈਸਿਵ ਬਣਦਾ ਹੁੰਦਾ। ਇੱਕ ਕੇਸ 'ਚ ਅਗਰ ਸਬਜੈਕਟ ਦੇ ਨਾਲ ਦੁਬਾਰਾ ਵਰਡ ਯੂਜ਼ ਹੋਵੇ ਹੈ ਨਾ, ਕਿ ਕਿਸੇ ਦੁਆਰਾ ਕੋਈ ਕੰਮ ਕੀਤਾ ਜਾਣਾ ਚਾਹੀਦਾ, ਤਾਂ ਉਦੋਂ ਆਪਾਂ ਕੀ ਲਾ ਦਾਂਗੇ, ਸਿੰਪਲ ਕਿਹੜਾ ਰੂਲ ਯੂਜ਼ ਕਰਾਂਗੇ, ਆਬਜੈਕਟ ਵਰਬ, ਆਬਜੈਕਟ ਪਲੱਸ शुड ਬੀ, ਵਰਬ ਦੀ ਥਰਡ ਫਾਰਮ ਪਲੱਸ ਬਾਏ ਪਲੱਸ ਸਬਜੈਕਟ। ਹਾਂਜੀ, ਤਾਂ ਹੀ ਆਪਣੇ ਦਾ ਰੂਲ ਕੀ ਬਣੂਗਾ, ਦੇਖੋ ਰੋਡਸ, ਦੇਖੋ ਕਿਹੜੀ ਚੀਜ਼ ਨੂੰ ਇੰਪਰੂਵ ਕੀਤਾ ਜਾਣਾ ਚਾਹੀਦਾ, ਉਹ ਚੀਜ਼ ਨੂੰ ਆਪਾਂ ਅੱਗੇ ਲੈ ਕੇ ਆਉਣਾ, ਕੌਣ ਹੈ ਉਹ, ਰੋਡਸ ਨੇ, ਤਾਂ ਰੋਡ शुड ਬੀ ਇੰਪਰੂਵਡ ਬਾਏ ਗਵਰਨਮੈਂਟ, ਇੱਦਾਂ ਆ ਜਾਊਗਾ। ਐਂਡ ਨੈਕਸਟ ਜੋ ਹੈ ਉਹਦੇ ਵਿੱਚ ਆਪਾਂ ਕੀ ਕਿਹਾ ਹੋਇਆ ਕਿ ਰੋਡਸ ਨੂੰ ਇੰਪਰੂਵ ਕੀਤਾ ਜਾਣਾ ਚਾਹੀਦਾ। ਦੇਖੋ ਹੁਣ ਕੌਣ ਇੰਪਰੂਵ ਕਰੂਗਾ, ਸਰਕਾਰ ਕਰੂਗੀ, ਬਟ ਸਰਕਾਰ ਇਹਦੇ ਵਿੱਚ ਮਿਸਿੰਗ ਹੈ ਨਾ। ਦੇਖੋ ਮਿਸਿੰਗ ਦੇ ਕੇਸ 'ਚ ਫਿਰ ਇਹ ਪੈਸੇ ਬਣੂਗਾ, ਤਾਂ ਆਪਾਂ ਇਹਨੂੰ ਕਿੱਥੋਂ ਤੱਕ ਰੋਕ ਲਾਂਗੇ, ਰੋਡ शुड ਬੀ ਇੰਪਰੂਵਡ, ਬਟ ਇਹਦੇ ਵਿੱਚ ਆਪਾਂ ਬਾਏ ਜਿਹਦੇ ਦੁਬਾਰਾ ਕੀਤਾ ਜਾਣਾ ਚਾਹੀਦਾ ਆਪਾਂ ਉਹ ਵਰਡ ਨਹੀਂ ਯੂਜ਼ ਕਰੇ, ਕਿਉਂਕਿ ਉਹ ਸੈਂਟੈਂਸ ਦੇ ਵਿੱਚ ਹੈ ਹੀ ਨਹੀਂ। ਅਗਰ ਤੋਂ ਆਪਾਂ ਨੂੰ ਪ੍ਰੋਪਰ ਮੈਂਸ਼ਨ ਕੀਤਾ ਹੋਇਆ ਫਿਰ ਤਾਂ ਆਪਾਂ ਬਾਏ ਯੂਜ਼ ਕਰ ਲਾਂਗੇ, ਉਹਦੇ ਨਾਲ ਬਾਏ ਪਲੱਸ ਸਬਜੈਕਟ ਲਾ ਦਾਂਗੇ। ਬਟ ਅਗਰ ਆਪਾਂ ਨੂੰ ਮਤਲਬ ਉੱਦਾਂ ਨਹੀਂ ਦਿੱਤਾ ਹੋਇਆ ਤਾਂ ਆਪਾਂ ਸਿੰਪਲ ਉਹਨੂੰ
थर्ड फॉर्म तक ही रोक लांगे। ਤਾਂ ਮਤਲਬ ਇਹ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਕਿ ਜਦੋਂ ਵੀ ਪੈਸਿਵ ਰੂਲ ਬਣੂਗਾ ਤਾਂ ਪੈਸਿਵ ਆਪਣੇ ਦੋ ਕੇਸਿਸ ਦੇ ਵਿੱਚ ਬਣ ਸਕਦਾ, ਜਾਂ ਤਾਂ ਸਬਜੈਕਟ ਆਪਣਾ ਮਿਸਿੰਗ ਹੋਣਾ ਚਾਹੀਦਾ, ਜਾਂ ਫਿਰ ਸਬਜੈਕਟ ਦੁਬਾਰਾ ਕੋਈ ਕੰਮ ਸਬਜੈਕਟ ਦੇ ਨਾਲ ਦੁਬਾਰਾ ਵਰਡ ਯੂਜ਼ ਹੋ ਗਿਆ ਨਾ ਕਿ ਕੋਈ ਕੰਮ ਕਿਸੇ ਦੁਬਾਰਾ ਕੀਤਾ ਜਾਣਾ ਚਾਹੀਦਾ ਹੈ ਨਾ। ਜੇ ਉਹ ਬੰਦੇ ਨੂੰ ਕਰਨਾ ਚਾਹੀਦਾ ਫਿਰ ਸਿੰਪਲ ਐਕਟਿਵ ਬਣ ਜੂਗਾ, ਬਟ ਜੇ ਉਹਦੇ ਦੁਬਾਰਾ ਕੀਤਾ ਜਾਣਾ ਚਾਹੀਦਾ ਜਾਂ ਫਿਰ ਉਹ ਸਬਜੈਕਟ ਕਰਨ ਵਾਲਾ ਕੰਮ ਜਿਹੜਾ ਹੈਗਾ ਉੱਥੇ ਮਿਸਿੰਗ ਹੀ ਹੈ, ਤਾਂ ਫਿਰ ਆਪਾਂ ਕੀ ਯੂਜ਼ ਕਰਾਂਗੇ ਉੱਥੇ ਸਿੰਪਲ, ਉੱਥੇ ਵੀ ਆਪਾਂ ਪੈਸਿਵ ਵਰਡ ਹੀ ਯੂਜ਼ ਕਰਾਂਗੇ। ਤਾਂ ਤੁਹਾਨੂੰ ਐਕਟਿਵ ਐਂਡ ਪੈਸਿਵ ਦੇ ਵਿੱਚ ਥੋੜ੍ਹੀ ਜਿਹੀ ਮਤਲਬ ਇਹ ਧਿਆਨ ਰੱਖਣਾ ਤੁਸੀਂ, ਕਿਉਂਕਿ ਆਪਾਂ ਹਮੇਸ਼ਾ ਕੀ ਕਰਦੇ ਹੁੰਦੇ ਹਾਂ ਕਿ ਪਹਿਲਾਂ ਆਪਾਂ ਸਬਜੈਕਟ ਯੂਜ਼ ਕਰ ਲੈਂਦੇ, ਮੰਨ ਲਓ ਗਵਰਨਮੈਂਟ ਸ਼ੁੱਡ ਬੀ, ਕਈ ਇੱਦਾਂ ਯੂਜ਼ ਕਰ ਲੈਂਦੇ ਨੇ ਹੈ ਨਾ, ਬਟ ਉਹ ਚੀਜ਼ ਗਲਤ ਹੁੰਦੀ ਹੈ ਕਿਉਂਕਿ ਆਪਾਂ ਨੂੰ ਇਹ ਚੀਜ਼ ਪਤਾ ਨਹੀਂ ਲੱਗਦੀ ਕਿ ਸ਼ੁੱਡ ਅਤੇ ਸ਼ੁੱਡ ਬੀ ਦੇ ਵਿੱਚ ਕੀ ਡਿਫਰੈਂਸ ਹੈ। ਦੇਖੋ ਸ਼ੁੱਡ ਬੀ ਦੇ ਨਾਲ ਹਮੇਸ਼ਾ ਹੀ ਥਰਡ ਫਾਰਮ ਆਊਗੀ ਅਤੇ ਸ਼ੁੱਡ ਨਾਲ ਹਮੇਸ਼ਾ ਫਸਟ ਫਾਰਮ ਆਊਗੀ। ਪਲੱਸ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਕਿ ਜਦੋਂ ਵੀ ਸ਼ੁੱਡ ਬੀ ਲੱਗਿਆ ਤਾਂ ਉੱਥੇ ਥਰਡ ਫਾਰਮ ਯੂਜ਼ ਹੋਗੀ, ਕਿਉਂਕਿ ਕੋਈ ਕੰਮ ਕਿਸੇ ਦੁਬਾਰਾ ਕੀਤਾ ਜਾਣਾ ਚਾਹੀਦਾ ਹੈ ਨਾ। ਤਾਂ ਕੋਈ ਮਤਲਬ ਤੁਸੀਂ ਬਸ ਧਿਆਨ ਰੱਖਣਾ ਹੈ ਕਿ ਪੈਸਿਵ ਦੇ ਵਿੱਚ ਹਮੇਸ਼ਾ ਦੋ ਚੀਜ਼ਾਂ ਯੂਜ਼ ਹੁੰਦੀਆਂ ਨੇ, ਜਾਂ ਤਾਂ ਸਬਜੈਕਟ ਉੱਥੇ ਮਿਸਿੰਗ ਹੀ ਹੋਊਗਾ ਕਿ ਉਹਦੇ ਦੁਬਾਰਾ ਕੀਤਾ ਜਾਣਾ ਚਾਹੀਦਾ, ਜਾਂ ਫਿਰ ਉਹਦੇ ਨਾਲ ਦੁਬਾਰਾ ਵਰਡ ਯੂਜ਼ ਕੀਤਾ ਹੋਊਗਾ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਹੀ ਹਾਂ, ਅਗਰ ਮੰਨ ਲਓ ਮੈਂ ਤੁਹਾਨੂੰ ਕਹਾਂ ਕਿ ਸਰਕਾਰ ਨੂੰ ਬਿਊਟੀ ਕੰਟੈਸਟ ਨੂੰ ਬੈਨ ਕਰਨਾ ਚਾਹੀਦਾ, ਹੁਣ ਇਹ ਕੰਮ ਸਰਕਾਰ ਨੂੰ ਕਰਨਾ ਚਾਹੀਦਾ, ਉਹਦੇ ਦੁਬਾਰਾ ਤਾਂ ਨਹੀਂ ਨਾ ਕੀਤਾ ਜਾਣਾ ਚਾਹੀਦਾ, ਤਾਂ ਮਤਲਬ ਓਬਵੀਅਸਲੀ ਇਹ ਐਕਟਿਵ ਬਣੂਗਾ। ਤਾਂ ਆਪਾਂ ਸਿੰਪਲ ਕਹਿ ਦਾਂਗੇ ਗਵਰਨਮੈਂਟ ਸ਼ੁੱਡ ਬੈਨ ਜੋ ਵੀ ਹੈ ਉਹਨੂੰ ਆਪਾਂ ਕਹਿ ਦਾਂਗੇ ਨਾ। ਮੰਨ ਲਓ ਸਰਕਾਰ ਨੂੰ ਬਿਊਟੀ ਕੰਟੈਸਟ ਨੂੰ ਬੈਨ ਕਰਨਾ ਚਾਹੀਦਾ ਤਾਂ ਗਵਰਨਮੈਂਟ ਸ਼ੁੱਡ ਬੈਨ ਬਿਊਟੀ ਕੰਟੈਸਟ। ਬਟ ਜੇ ਮੈਂ ਕਹਾਂ ਕਿ ਸਰਕਾਰ ਦੁਆਰਾ ਬਿਊਟੀ ਕੰਟੈਸਟ ਨੂੰ ਬੈਨ ਕੀਤਾ ਜਾਣਾ ਚਾਹੀਦਾ ਹੈ, ਤਾਂ ਜਿਹਦੇ ਦੁਬਾਰਾ ਆ ਗਿਆ ਉਹਦੇ ਦੁਬਾਰਾ ਕੀਤਾ ਜਾਣਾ ਚਾਹੀਦਾ ਨਾ, ਤਾਂ ਆਪਾਂ ਕੀ ਕਹਾਂਗੇ, ਕਿਹਨੂੰ ਬੈਨ ਕੀਤਾ ਜਾਣਾ ਚਾਹੀਦਾ ਉਹਨੂੰ ਅੱਗੇ ਲਿਆਵਾਂਗੇ ਆਪਾਂ, ਤਾਂ ਬਿਊਟੀ ਕੰਟੈਸਟ ਸ਼ੁੱਡ ਬੀ ਬੈਨਡ ਬਾਈ ਦਾ ਗਵਰਨਮੈਂਟ। ਬਟ ਅਗਰ ਮੈਨੂੰ ਇੱਦਾਂ ਬੋਲਾਂ ਕਿ ਬਿਊਟੀ ਕੰਟੈਸਟ ਨੂੰ ਬੈਨ ਕੀਤਾ ਜਾਣਾ ਚਾਹੀਦਾ, ਬਟ ਇਹ ਵੀ ਤੁਹਾਨੂੰ ਸਮਝਣਾ ਪੈਣਾ ਕਿ ਕਿਸੇ ਦੁਬਾਰਾ ਕੀਤਾ ਜਾਣਾ ਚਾਹੀਦਾ ਹੈ ਨਾ, ਤਾਂ ਇਹਦੇ ਵਿੱਚ ਚਾਹੇ ਉਹਨਾਂ ਨੇ ਸਬਜੈਕਟ ਲਿਖਿਆ ਨਹੀਂ ਹੋਇਆ, ਬਟ ਤੁਹਾਨੂੰ ਖੁਦ ਸਮਝਣਾ ਪਊਗਾ ਕਿ ਇਹ ਪੈਸਿਵ ਬਣੂਗਾ ਕਿਉਂਕਿ ਇਹਦੇ ਵਿੱਚ ਕੋਈ ਕੰਮ ਕਿਸੇ ਦੁਬਾਰਾ ਹੈ ਅਤੇ ਪਲੱਸ ਉਹ ਸਬਜੈਕਟ ਵੀ ਮਿਸਿੰਗ ਹੈ। ਤਾਂ ਆਪਾਂ ਸਿੰਪਲ ਇਹਨੂੰ ਇੱਥੋਂ ਤੱਕ ਰੋਕ ਲਾਂਗੇ ਕਿ ਬਿਊਟੀ ਕੰਟੈਸਟ ਸ਼ੁੱਡ ਬੀ ਬੈਨਡ। ਤਾਂ ਮਤਲਬ ਇਹ ਥੋੜ੍ਹੀ ਆਪਣੀਆਂ ਮਿਸਟੇਕਸ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਨੂੰ ਅੱਗੇ ਜਾ ਕੇ ਥੋੜ੍ਹਾ ਜਿਹਾ ਕਿ ਆਪਣੀਆਂ ਮਿਸਟੇਕਸ ਹੁੰਦੀਆਂ ਨੇ, ਗ੍ਰਾਮੈਟੀਕਲ ਐਰਰਸ ਆਉਂਦੇ ਨੇ, ਬਟ ਤੁਸੀਂ ਇਹ ਚੀਜ਼ ਨੂੰ ਥੋੜ੍ਹਾ ਜਿਹਾ ਕਲੀਅਰ ਕਰੋ ਕਿ ਸ਼ੁੱਡ ਐਂਡ ਸ਼ੁੱਡ ਬੀ ਦੇ ਵਿੱਚ ਕੀ ਡਿਫਰੈਂਸ ਹੁੰਦਾ। I hope this video will be helpful for you, and thank you so much.